ਇਹ ਜ਼ਿਮੀਂਦਾਰਾਂ ਦਾ ਜੀ ਲੱਖਾਂ ਤੇ ਕਰੋੜਾਂ ਦਾ ਨੁਕਸਾਨ ਹੋ ਗਿਆ। ਅਗਰ ਜ਼ਿਮੀਂਦਾਰ ਖੁਸ਼ਹਾਲ ਹੈ ਤੇ ਸ਼ਹਿਰ ਵਾਲੇ ਖੁਸ਼ਹਾਲ ਨੂੰ। ਸ਼ਹਿਰ 'ਚ ਬੰਦਾ ਕੋਈ ਨਹੀਂ, ਕੋਈ ਖਰੀਦਦਾਰ ਕੋਈ ਨਹੀਂ, ਦੁਕਾਨਾਂ ਵਾਲੇ ਬਿੱਲ ਭਰ ਤੇ ਮਜ਼ਦੂਰੀਆਂ ਕਿਰਾਏ ਭਰ ਤੇ ਬੈਠੇ ਨੂੰ ਵੇਂਦੇ ਨੂੰ। ਜੇ ਕੋਈ ਜ਼ਿਮੀਂਦਾਰ ਖੁਸ਼ਹਾਲ ਹੋਵੇ ਤਾਂ ਦੁਕਾਨਾਂ ਵਾਲੇ ਬਿਜਲੀਆਂ ਦੇ ਬਿੱਲ ਭਰਨਾ ਹੈ, ਆਦਿ ਕੋਈ ਰੋਜ਼ੀ ਕਮਾਉਣਾ ਜਾਂ ਇਂ ਹੁਣ ਉਹ ਵੀ ਵੇਂਦੇ ਨੂੰ। ਇਂ ਸਾਰਾ ਨਿਜ਼ਾਮ ਤਾਂ ਜ਼ਿਮੀਂਦਾਰੇ ਤੇ ਹੈ ਨਾ। अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਬੈਕ ਸਾਈਡ ਜਿਹਨਾਂ ਮੁੰਜੀ ਨੂੰ ਹੱਥ ਲੱਗਿਆ ਹੋਇਆ ਤੇ 10 ਕਿੱਲੇ ਦਾ ਪਲਾਟ ਹੈ ਤੇ ਤਕਰੀਬਨ 5-6 ਕਿੱਲੇ ਜਿਹੜੇ ਨੇ ਉਹ ਕੱਟ ਕੇ ਲੋਕੀ ਲੈ ਜਾ ਚੁੱਕੇ ਨੇ ਤੇ ਬਾਕੀ ਜਿਹੜੀ ਹੁਣ ਕਟਾਈ ਹੁੰਦੀ ਪਈ ਹੈ ਮੌਕੇ ਤੇ ਚੱਲਨੇ ਹੈ ਤੇ ਸੂਰਤਹਾਲ ਵਿਖਾਣੇ ਵੀ ਕਿਹੜਾ ਸੀਡ ਹੈਗਾ ਤੇ ਕੀ ਪੋਜੀਸ਼ਨ ਹੈ। ਤੇ ਆ ਵੇਖ ਲਓ ਮੋਟਰਸਾਈਕਲ ਭਰ ਕੇ ਲਿਜਾ ਰਹੇ ਨੇ। ਆਓ ਚੱਲਨੇ ਜਨਾਬ ਮੌਕੇ ਤੇ ਕਿਸਾਨ ਵੀਰ ਭਰਾਓ, 2 ਕਿੱਲੇ ਸਾਹਮਣੇ ਕੱਟੇ ਪਏ ਨੇ ਤੇ ਆ 2 ਕਿੱਲੇ ਤਕਰੀਬਨ ਆਏ ਨੇ 4 ਤੇ 5ਵੇਂ ਕਿੱਲੇ ਨੂੰ ਹੱਥ ਹੈ ਤੇ ਇਸੇ ਤਰੀਕੇ 10 ਕਿੱਲੇ ਦਾ ਪਲਾਟ ਹੈ ਤੇ ਤੁਹਾਡੇ ਸਾਹਮਣੇ ਫਸਲ ਹੈ ਜਨਾਬ ਤੇ ਵਿਖਾਉਂਦੇ ਪਏ। ਇਹ ਸਾਰੇ ਕਿਸਾਨ ਵੀਰ ਭਰਾ ਜਿਹੜੇ ਹੈਗੇ ਨੇ ਪਿੰਡ ਵਾਲੇ ਉਹ ਆਪਣੇ ਜਾਨਵਰਾਂ ਵਾਸਤੇ ਲਿਜਾ ਰਹੇ ਨੇ, ਕਿਉਂਕਿ ਇਸ ਨੂੰ ਅਗਰ ਕਟਾਈ ਕਰਵਾਉਂਦੇ ਸਨ ਤੇ ਜਿਹੜੀ ਮਸ਼ੀਨ ਹੈ ਉਹਦਾ ਹੀ ਮਤਲਬ ਹੈ ਨਾ ਕਿਰਾਇਆ ਪੂਰਾ ਨਹੀਂ ਹੁੰਦਾ ਸੀ। ਇਸ ਵਾਸਤੇ ਮਾਲਕਾਂ ਨੇ ਐਲਾਨ ਕਰਵਾ ਦਿੱਤਾ ਹੈ ਵੀ ਇਹਨੂੰ ਕੱਟ ਕੇ ਲਿਜਾਓ। ਇਹ ਚੈੱਕ ਕਰੋ ਤੇ ਇਹ ਜਿਹੜੀ ਮੁੰਜੀ ਹੈ ਇਹ 1509 ਲੱਗਦੀ ਹੈ ਮੈਨੂੰ ਤੇ 1509 ਨੇ ਅਖੀਰ ਕਰ ਦਿੱਤਾ ਹੈ। 1509 ਹੋ ਗਈ, 1692 ਹੋ ਗਈ। ਜਿਨ੍ਹਾਂ ਵੀ ਦੋਸਤਾਂ ਨੇ ਸ਼ੁਰੂ 'ਚ ਲਗਾ ਲਈਏ ਕਣਕ ਤੋਂ ਫੌਰਨ ਬਾਅਦ ਉਹਦਾ ਹੀ ਹਾਲ ਹੀ ਹੋਇਆ ਹੈ ਤੇ ਇਹਦੇ ਵਿੱਚ ਤਾਂ ਫਿਰ ਜ਼ਮੀਂਦਾਰਾਂ ਦਾ ਕਸੂਰ ਹੈ, ਕਿਉਂਕਿ ਇਹ ਜਿਹੜੀ ਵੈਰਾਈਟੀ ਹੈ ਇਹ ਠੰਡ ਦੀ ਹੈ ਤੇ ਇਹਨੂੰ ਬਿਲਕੁਲ ਵਿਸਾਖ 'ਚ ਨਹੀਂ ਲਾਉਣਾ ਚਾਹੀਦਾ ਸੀ, ਇਹਨੂੰ ਜੁਲਾਈ ਅਗਸਤ ਵਿੱਚ ਲਗਾਉਣਾ ਚਾਹੀਦਾ ਸੀ। अस्सलाम वालेकुम जी, शायद भाई की हाल है? ठीक जी, तुम सुनाओ। तो अज इत्थे पहुंचे हुए हो? हाँ जी, धाई वड्डदे। धाई वड्डदे पे ने ते असलों ही नाल कोई नहीं? नहीं जी, असलों ही नाल कोई नहीं, बस एवं एक मुंजर ना कोई 4-5 दाने पत्ते ने बस। 4-5 चावल है ने ਉਹਦੇ ਵਿੱਚ। हाँ जी। मतलब ਵੀ ਉਹਦਾ ਮਸ਼ੀਨ ਦਾ ਵੀ ਕਿਰਾਇਆ ਪੂਰਾ ਨਹੀਂ ਹੋਣਾ। हाँ जी। ਤੇ ਸੁਣਾਓ ਇਹ ਆਪਣੇ ਇਲਾਕੇ ਸਾਰੇ ਦੀ ਸੂਰਤ ਹਾਲ ਹੈ? ਕਟਾਈ ਹੁੰਦੀ ਜਾਂ ਮੈਂ ਪਹੁੰਚਣਾ ਤੁਸੀਂ ਆਪਣਾ ਬਲਦ ਰੇੜਾ ਲੈ ਕੇ ਪਹੁੰਚੇ ਹੁੰਦੇ ਨੇ? हाँ जी, इहो हालात ही है। ਇਹ ਹੀ ਹਾਲਾਤ ਹੈ। हाँ जी। ਤੇ ਕਿੰਨੇ ਕਿੱਲਿਆਂ ਦਾ ਪਲਾਟ ਹੈ ਇੱਥੇ? 10 किले हैं जी। 10 ਕਿੱਲੇ ਹੈਗੇ ਨੇ हाँ जी। ਤੇ ਅੱਧੇ ਮੇਰੇ ਖਿਆਲ ਕੱਟੇ ਪਏ ਨੇ, ਨਜ਼ਰ ਆਉਂਦੇ ਪਏ ਨੇ, ਅੱਗੇ ਸ਼ੁਰੂ ਹੋ ਗਏ ਨੇ ਦੋਸਤ। ਤਾਂ ਵਿੱਚ ਛੱਡੀ ਵੀ ਆਉਂਦੇ ਨੇ, ਟਿੱਬੀਆਂ ਕਿਉਂ ਛੱਡਦੇ ਪਏ ਨੇ? ਇਹ ਵਡੀ ਜਸ ਤੇ ਹੁਣ ਕਿਉਂ ਛੱਡੀ ਆਉਂਦੇ ਨੇ? ਹੁਣ ਇੱਕ ਵਾਰੀ ਬੰਦੇ ਕਿਹੜੇ ਨੇ ਆਂਦੇ ਨੇ ਆਗੂ ਹਰਾ ਵੱਡੀ। ਅੱਛਾ, ਮਜ਼ੀਦ ਹਰਾ ਵੜੀਏ ਉਹਦੇ ਵਿੱਚ ਕੋਈ ਟਿੱਬੀ ਖੁਸ਼ਕ ਦੀ ਆ ਜਾਂਦੀ ਹੈ। ਠੀਕ ਹੋ ਗਿਆ, ਚਲੋ ਜੀ। अस्सलाम वालेकुम जी। वालेकुम सलाम जी। मोहम्मद अहमद की हाल है? ठीक जनाब। ਤੇ ਓਵਰਆਲ ਕੀ ਚੱਲਦਾ ਪਿਆ ਮੁੰਜੀ ਦਾ ਕਿਸਾਨ ਭਾਈਆਂ ਦਾ किसान भाइयों ਹਾਲਾਤ? दा बहुत मंदे हालात ਨੂੰ 3 ਕਿਲੇ ਧਾਈ ਵਟਾਏ ਨੇ ਤੇ 10 ਸਿਰ ਧਾਈ ਨਿਕਲੇ ਨੇ। ਉਹਨਾਂ ਕਾਟ ਰਿਆ ਨੇ, ਉਹਨਾਂ ਦੀ ਰਾਂਦ ਪੈ ਗਈ। ਉਹਨਾਂ ਆਖਿਆ ਵੀ ਸਾਨੂੰ ਪੈਸੇ ਦਿਓ, ਉਹਨਾਂ ਕਾ ਪੈਸੇ ਕੋਣੀ ਹੈ ਕਿ ਵੀ 10 ਸਿਰ ਤਾਂ ਧਾਈ ਨਿਕਲੇ। ਉਹਨਾਂ ਆਖਿਆ ਵੀ ਅਸੀਂ ਤਾਂ ਤੇਲ ਸਾੜਾ ਸਾਰੇ 3 ਕਿੱਲੇ ਚ। ਉਹ ਮੁੜ ਪਰੇ ਪੰਚਾਇਤ ਹੋਈ, ਸਰਦਾਰਾਂ ਮੁੜੋ ਲੈ ਲੂ ਦਿੱਤੇ ਪੈਸੇ ਉਹਨਾਂ ਨੇ ਤੇ ਉਹ ਬੜੇ ਪਰੇਸ਼ਾਨ ਨੂੰ। ਹੁਣ ਬੰਦੇ ਆ ਵਟਾਈ ਆਉਂਦੇ ਨੇ ਮਾਲ ਵਾਸਤੇ, ਕੋਈ ਲੈ ਜਾਂਦਾ, ਕੋਈ ਐਵੇਂ ਵਾਟ ਬੂਟ ਤੇ ਸੱਟਦਾ ਹੈ। ਮਾਲ ਵੀ ਨਹੀਂ ਹੈਗਾ ਖਾਣਾ। ਉਹ ਮੁੰਜਰਾ ਜਿਹੜਾ ਆਇਆ ਦੂਜਾ ਤੇਲਾ ਜਿਹਾ ਤੇ ਉਹ ਨਹੀਂ ਮਾਲ ਖਾਂਦਾ, ਆ ਵਿੱਚ ਪੈ ਜਾਂਦਾ ਬੂਰਾ ਜਿਹਾ ਜਿਹੜਾ ਹੈ ਪੋਠ ਜਿਹੀ ਦੰਦਾਂ 'ਚ, ਤੂੰ ਡੋਰ ਗਾਲੀ ਕਰ ਤੇ ਖੋ ਰਹਿੰਦੇ। ਅਹਿਮਦ ਭਾਈ ਮੈਨੂੰ ਦੱਸੋ ਵੀ ਹੁਣ ਜਿਹੜੇ ਜ਼ਮੀਂਦਾਰ ਹੈਗੇ ਇਹਨਾਂ ਦਾ ਘਾਟਾ ਪੈ ਗਿਆ, ਹੁਣ ਅਗਲੀ ਫਸਲ ਕਿਵੇਂ ਲਗਾਵਣਗੇ? ਬਸ ਕੀ ਲਗਾਵਣ ਸੋਚਦੇ ਪੈ ਨੂੰ ਵੀ ਹੁਣ ਕਿਹੜਾ ਡੋਰ ਵੇਚੀਏ, ਬੱਕਰੀ ਵੇਚੀਏ, ਛਤਰੀ ਵੇਚੀਏ ਤੇ ਵੇਚ ਤੇ ਹੁਣ ਕਿਹੜੀ ਰਲਾਈਏ ਬਾਈ। ਅੱਗੂ ਕਣਕ ਦਾ ਵੀ ਰੇਟ ਕੋ ਨਹੀਂ, ਅੱਗੂ ਦਾਈ ਜਿਹੜੇ ਦਾਈਆਂ ਦਾ ਹੁਣ ਦਾਈ ਲੱਗਣੇ ਕੋ ਨਹੀਂ, ਮਕਈ ਦਾ ਵੀ ਰੇਟ ਕੋ ਨਹੀਂ। ਪਰੇਸ਼ਾਨ ਨੂੰ ਜ਼ਿਮੀਂਦਾਰ ਬੜਾ ਗਰੀਬ ਬੈਠਾ ਹੈ, ਘਰ ਦੇ ਖਰਚੇ ਉੱਤੇ ਚੜੇ ਜਾਂਦੇ ਨੇ, ਬੜੇ ਪਰੇਸ਼ਾਨ। ਇਹ ਸੁਣਾਓ ਕੀ ਪੋਜੀਸ਼ਨ ਹੈ ਜ਼ਮੀਂਦਾਰਾਂ ਦੀ? ਜ਼ਿਮੀਂਦਾਰਾਂ ਦੀ ਜੀ ਪੋਜੀਸ਼ਨ ਇਹ ਹੈ ਵੀ ਖਰਾਬ ਹੋ ਗਈ ਜੀ, ਮੁੰਜੀ ਜਿਹੜੀ ਪਟਾਸ ਬਣ ਗਈ ਜੀ, ਵੇਸ਼ ਹੈ ਕੋਣੀ, ਵਿਚਾਰੇ ਜ਼ਿਮੀਂਦਾਰ ਨਾਲ ਵਢਾਈ ਜਾਂਦੇ ਨੇ, ਬੜੇ ਪਰੇਸ਼ਾਨ ਨੂੰ। ਇਸ ਵਜ੍ਹਾ ਤੋਂ ਵੀ ਇੰਨੇ ਖਰਚੇ ਲੱਖ ਰੁਪਈਆ ਕਿੱਲੇ ਤੇ ਖਰਚਾ ਹੋਇਆ ਪਿਆ ਤੇ ਅਗਾ ਨਾਲ ਸ਼ੈ ਕੋਣੀ ਹੈਗੀ। ਇਸ ਗੱਲ ਤੋਂ ਬੜੇ ਪਰੇਸ਼ਾਨ ਨੂੰ ਤੇ ਅਗਾ ਪੈਸਾ ਵੀ ਉਹਨਾਂ ਕੋਲ ਕੋਣੀ ਵੀ ਅਗਲੀ ਕਣਕ ਹੀ ਕੱਢ ਲਈਏ ਜਾਂ ਮੱਕੀ ਕੱਢ ਲਈਏ ਜੀ। ਤੇ ਹੁਣ ਘਰ ਦੇ ਖਰਚਿਆਂ ਤੇ ਡੰਗਰ ਵੇਚਣੇ ਪੈਣ ਦੇ ਤਾਂ ਜੀ ਇਹ ਫਸਲ ਗੜੇਵੇ ਦੀ ਅਗਾ ਕਣਕ ਦਾ ਵੀ ਰੇਟ ਵੇਖ ਲਓ ਹੈ ਕੋਣੀ ਜੀ, ਪਿਛਲੀ ਵਾਰ ਵੀ ਕੋਣੀ, ਹੁਣ ਅਗਾ ਦਾ ਪਤਾ ਨਹੀਂ ਲੱਗਦਾ ਵੀ ਕੀ ਕਣਕ ਦਾ ਰੇਟ ਹੋਵੇਗਾ ਤੇ ਜੀ ਕੀ ਨਾ ਹੋਵੇਗਾ। ਜੇ ਅਗਰ ਕਣਕ ਦਾ ਵੀ ਇਹ ਹਾਲਾਤ ਰਹਿੰਦਾ, ਰੇਟ ਨਹੀਂ ਹੁੰਦਾ, ਜ਼ਿਮੀਂਦਾਰ ਤਾਂ ਖਤਮ ਹੋ ਗਿਆ ਜੀ। ਇਹ ਵਾਹੀ ਗੜੀਣੀ ਨੇ, ਜ਼ਮੀਨਾਂ ਗੈਰ ਆਬਾਦ ਹੋ ਜਾਣਗੀਆਂ। ਸਹੀ, ਮਤਲਬ ਵੀ ਕਿਸਾਨ ਮਰ ਗਿਆ ਤੇ ਨਾਲ ਇਹਦਾ ਅਸਰ ਅਗਾਂ ਸ਼ਹਿਰਾਂ 'ਚ ਵੀ ਪੈ ਗਿਆ ਕੋਈ ਨਾ? ਪੈ ਜਾਸੀ ਜੇ ਕਾਲ ਪੈ ਜਾਸੀ, ਜੇ ਅਗਰ ਕਣਕ ਨਾ ਗੜੀ ਸੀ, ਕੋਈ ਫਸਲ ਨਾ ਹੋਵੇ ਦੀ ਸ਼ਹਿਰਾਂ 'ਚ ਮੁੜ ਕੀ ਜਾਸੀ ਜੀ।
ਇਹ ਤੇ ਜ਼ਿਮੀਂਦਾਰ ਕੋਈ ਸ਼ੈ ਕੱਢੇਗਾ ਉਹਦੇ ਪੱਲੇ ਸ਼ੈ ਹੋਵੇਗੀ ਤੇ ਸ਼ਹਿਰਾਂ 'ਚ ਵਿਕੇਗੀ। ਜੇ ਤੇ ਜ਼ਿਮੀਂਦਾਰ ਕੋਈ ਸ਼ੈ ਨਾ ਹੋਈ ਤਾਂ ਅਗਾਂਹ ਕੀ ਜਾਵੇਗੀ ਜੀ। ਸਹੀ। ਅੱਛਾ, ਕਿੰਨੇ ਰੇੜੇ ਤੁਸੀਂ ਭਰ ਕੇ ਲਿਆਂਦੇ ਹੋ ਰੋਜ਼ਾਨਾ? ਇਹ ਅਸੀਂ ਜੀ 2 ਰੇੜੇ ਬਾਹਰ ਕੇ ਲਿਜਾਣੇ ਜੀ। 2 ਲਿਆਂਦੇ ਹੋ ਜੀ ਤੇ ਆਪਣੇ ਇਲਾਕੇ ਦੇ ਸਾਰੇ ਤਰਫ ਇਵੇਂ ਹੀ ਹੈ? ਸਾਰੇ ਤਰਫ ਐਵੇਂ ਜੀ। ਜਿਹੜੇ ਹੁਣ ਪਿੱਛੇ ਲੱਗੇ ਨੇ 1509 ਜਿਹੜੀ ਵੈਰਾਈਟੀ ਲੱਗੀ ਹੈ ਮਕਈ ਵਾਲੀ ਥਾਂ ਤੇ ਉਹ ਠੀਕ ਖੜੀ ਹੈ? ਹਾਂਜੀ ਉਹ ਠੀਕ ਹੈ। ਇਹ ਸਾਰੀ ਜਿਹੜੀ ਹੈਗੀ ਸੁਪਰ ਅਗੇਤਰੀ ਲੱਗੀ ਹੋਈ ਇਹ ਜੀ ਇਹ ਖਰਾਬ ਹੋਈ ਹੈ? ਹਾਂਜੀ ਜਿਹੜੀ ਹਾੜ ਦੀ 15 ਲੱਗੀ ਉਹ ਸਾਰੀ ਖਤਮ ਆ। ਹਾੜ ਵਿੱਚ ਜਿਹੜੀ ਵਿਸਾਖ ਲੱਗੀ- ਜੇਠ ਜਿਹੜੀ ਮਤਲਬ ਲੱਗੀ ਹਾਂਜੀ, ਜੇਠ ਹਾੜ ਚ ਹਾਂਜੀ ਉਹ ਸਾਰੀ ਖਰਾਬ ਹੋ ਉਹ ਗਈ। ਸਾਰੀ ਖਰਾਬ ਹੋ ਗਈ ਮੂੰਜੀ। ਤੇ ਹੁਣ ਆਪਾਂ ਦੁਆ ਹੀ ਕਰ ਸਕਨੇ ਜ਼ਿਮੀਂਦਾਰਾਂ ਵਾਸਤੇ। ਬਿਲਕੁਲ ਜੀ ਇਹ ਦੁਆ ਹੀ ਹੈ ਵੀ ਅੱਲਾਹ ਤਾਲਾ ਰੋਜ਼ੀ ਦੇਣੀ ਹੈ ਜੀ। ਮੈਂ ਕਿਸ ਬਹਾਨੇ ਵੀ ਰੱਬ ਦੇਵੇ ਜੀ, ਚਾਹੀਦੀ ਵੀ ਦੇਵੇ ਅੱਲਾਹ ਤਾਲਾ ਜੀ ਠੀਕ ਹੈ। ਇੱਧਰ ਵੀ ਜਵਾਨ ਵੱਢਦਾ ਪਿਆ ਜੀ, ਗੱਲ ਕਰਨੇ ਆ। अस्सलाम वालेकुम जी। ਵਾਲੇਕੁਮ ਸਲਾਮ। इमरान भाई की हाल है? ਅਲਹਮਦੁਲਿਲਾ ਜੀ। ਤੇ ਸੁਣਾਓ ਆਪਣੇ ਇਲਾਕੇ ਦੀ ਪੋਜੀਸ਼ਨ। ਇਲਾਕੇ ਦੀ ਪੋਜੀਸ਼ਨ ਜੀ ਆਸਾਨ ਨਹੀਂ ਹੈ। ਇਹ ਮਾਲ ਵਾਸਤੇ ਰਹਿ ਗਏ ਨੇ, ਪੱਠੇ ਵਾਸਤੇ ਲੋਕੀ ਉਹ ਵੀ ਆਂਦੇ ਨੇ ਵੀ ਚਲੋ ਜ਼ਮੀਨ ਹੀ ਖਾਲੀ ਹੋ ਜਾਵੇ। ਤੇ ਹੁਣ ਮਸ਼ੀਨਾਂ ਦੀ ਕਟਾਈ ਨਹੀਂ ਪੂਰੀ ਹੁੰਦੀ, ਖਰਚਾ ਨਹੀਂ ਪੂਰਾ ਹੁੰਦਾ ਪਿਆ। ਚਲੋ ਅਗਲੀ ਫਸਲ ਵਾਸਤੇ ਖਾਲੀ ਕਰੀਏ, ਵਾਕਾ ਅਗਲੀ ਫਸਲ ਵਾਸਤੇ ਵੀ ਕੋਈ ਚੀਜ਼ ਉੱਥੇ ਆਉਂਦੀ। ਇਹ ਹਾਲਾਤ ਹਨ ਜੀ। ਹਾਲਾਤ ਭੈੜੇ ਹੋ ਗਏ ਹਾਂਜੀ। ਜ਼ਿਮੀਂਦਾਰਾਂ ਦੇ ਤੇ ਠੀਕ ਹੋ ਗਏ। ਕਿੰਨੇ ਰੇੜੇ ਲੈ ਜਾਂਦੇ ਹੋ ਤੁਸੀਂ? ਬਸ ਹੀ ਤੇ ਕੋਈ ਇੱਕ ਰੇੜੀ ਲੈ ਜਾਵੀਂ ਦੀ। ਇੱਕ ਰੇੜੀ ਲੈ ਜਾਂਦੇ ਹੋ? ਥੋੜੇ ਜਿਹੇ ਡੰਗਰ ਹਨ ਉਹਨਾਂ ਵਾਸਤੇ। ਤੇ ਇਹ ਓਵਰਆਲ ਚੈੱਕ ਕਰੋ, ਕੋਈ ਜਿਹੜਾ ਹੈ ਨਾ ਵਿੱਚ ਚਾਵਲ ਨਾ ਸੱਦ ਕੋਈ ਨਹੀਂ ਹੈਗੀ। ਅਗਰ ਹੈ ਵੀ ਤਾਂ ਵਿਰਲਾ ਬਣ ਜਾਏ ਨਹੀਂ ਨਹੀਂ ਕੁਛ। ਤੇ ਇਹ ਹੁਣ ਅੰਦਾਜ਼ਾ ਲਾਓ। ਹਾਂਜੀ ਇਹ ਚੈੱਕ ਕਰੋ ਹੁਣ ਇਹ ਇੱਕ ਜਿਹੜਾ ਹੈ ਪੂਰੀ ਇੱਕ ਫਲੀ ਇਹ ਦੋ ਜਾਂ ਫਲੀ ਤਿੰਨ ਜਿਹੜੀ ਇਹ ਵੇਖੋ ਇਹ ਸਹੀ ਜਗ੍ਹਾ ਇਸੇ ਬੂਟੇ ਆ ਇੱਕ ਬੂਟਾ ਜਿਹੜਾ ਨਾ ਇਹ ਕੁਝ ਬਿਹਤਰ ਖੜਾ ਹੈ, ਕੁਝ ਬਿਹਤਰ ਇੱਕ ਬੂਟਾ। ਬਾਕੀ ਆ ਸਾਰੇ ਜਿਹੜੇ ਨੇ ਤੁਹਾਡੇ ਸਾਹਮਣੇ ਨੇ, ਕਿਸੇ ਦੇ ਵਿੱਚ ਕੱਖ ਵੀ ਕੋਈ ਨਹੀਂ ਹੈਗਾ ਜੀ, ਸਾਰੀ ਕੋਟ ਹੋ ਗਈ ਹੈ। ਤੇ ਇੱਥੇ ਦੋਸਤ ਗੱਲ ਕਰਦੇ ਪਏ ਨੇ ਵੀ ਜਿਸ ਦੋਸਤ ਦੀ ਇਹ ਫਸਲ ਹੈਗੀ ਹੈ ਵਿਕਾਸ ਭਾਈ, ਉਹਨਾਂ ਨੂੰ ਕਈ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਤੇ ਬਸ ਹੁਣ ਜਿਹੜਾ ਨਾ ਹਕੂਮਤ ਨੂੰ ਚਾਹੀਦਾ ਵੀ ਇਹ ਇਲਾਕਾ ਜਿਹੜਾ ਨਾ ਆਫਤ ਜ਼ਦਾ ਕਰਾਰ ਦੇਵਣ ਤਹਿਸੀਲ ਦੀਪਾਲਪੁਰ, ਤਾਂ ਕਿ ਕਿਸਾਨ ਵੀ ਰਾਹ ਜਿਹੜੇ ਹੈਗੇ ਨੇ ਉਹ ਅਗਲੀ ਫਸਲ ਲਗਾਉਣ ਵਾਸਤੇ ਹਕੂਮਤ ਉਹਨਾਂ ਦੀ ਹੈਲਪ ਕਰੇ। ਵਰਨਾ ਅਗਲੀ ਫਸਲ ਨਹੀਂ ਲੱਗਣੀ, ਤੇ ਜਦੋਂ ਅਗਲੀ ਫਸਲ ਨਹੀਂ ਲੱਗੀ ਤੇ ਫਿਰ ਜਿਹੜਾ ਹੈ ਸ਼ਹਿਰਾਂ ਵਿੱਚ ਜਿਹੜੇ ਵੀ ਦੁਕਾਨਦਾਰ ਬੈਠੇ ਗਏ ਨੇ ਵਿਚਾਰਾ ਹੀ ਹੁਣ ਉਹਨਾਂ ਨੂੰ ਆਖਿਆ ਜਾ ਸਕਦਾ, ਕਿਉਂਕਿ ਉਹਨਾਂ ਨੂੰ ਵੀ ਬਿਜਲੀ ਦੇ ਬਿੱਲ ਜਿਹੜੇ ਨੇ ਪੱਲੂ ਪੈਂਦੇ ਪਏ ਹੈਗੇ ਨੇ। ਤੇ ਅਗਰ ਪਿੰਡਾਂ ਵਾਲਿਆਂ ਕੋਲ ਪੈਸੇ ਆਉਣਗੇ, ਕਿਸਾਨਾਂ ਕੋਲ ਆਉਣਗੇ ਤੇ ਖਰੀਦਾਰੀ ਹੋਵੇਗੀ। ਤੇ ਜੇ ਅਗਰ ਪਿੰਡਾਂ ਵਾਲਿਆਂ ਕੋਲ ਪੈਸੇ ਨਾ ਆਉਣਗੇ, ਕਿਸਾਨ ਫਸਲ ਤੋਂ ਵਿਹਲਾ ਹੋਵੇਗਾ। ਤੇ ਜਦੋਂ ਪੈਸੇ ਨਹੀਂ ਆਉਣਗੇ ਤਾਂ ਖਰੀਦਾਰੀ ਵੀ ਕੋਈ ਨਹੀਂ ਹੋਣੀ। ਤੇ ਇਹਦਾ ਨੁਕਸਾਨ ਓਵਰਆਲ ਪੂਰੇ ਮੁਲਕ ਤੇ ਹੈ। ਇੱਧਰ ਜੀ ਕਾਸਮ ਭਾਈ ਖੜੇ ਨੇ, ਉਹਨਾਂ ਨਾਲ ਗੱਲ ਕਰਨੇ ਆ ਜੀ। अस्सलाम वालेकुम। ਵਾਲੇਕਮ ਅਸਲਾਮ ਜੀ। ਕਾਸਮ ਭਾਈ ਕੀ ਹਾਲ ਹੈ ਤੁਹਾਡਾ? ਠੀਕ ਜੀ, ਅੱਲਾ ਦਾ ਕਰਮ, ਰੱਬ ਦਾ ਤੇ ਸ਼ੁਕਰ। ਆ ਆਪਣਾ ਜਿਹੜਾ ਇਲਾਕਾ ਆਫਤ ਦਾ ਕਰਾਰ ਦੇਣਾ ਚਾਹੀਦਾ ਹਕੂਮਤ ਨੂੰ। ਤੇ ਓਵਰਆਲ ਕੀ ਚੱਲਦਾ ਪਿਆ, ਕੀ ਪੋਜੀਸ਼ਨ ਹੈ ਫਸਲਾਂ ਦੀ? ਓਵਰਆਲ ਜੀ ਹਰ ਬੰਦਾ, ਹਕੂਮਤ ਵੀ ਵੇਖੀ ਖੜੀ ਹੈ, ਹਰ ਬੰਦਾ ਵੇਖੀ ਖੜਾ ਵੀ ਕੀ ਹਾਲਾਤ ਜ਼ਿਮੀਂਦਾਰਾਂ ਦਾ ਹੁੰਦਾ ਪਿਆ। ਜ਼ਿਮੀਂਦਾਰਾਂ ਤੋਂ ਬਗੈਰ ਤਾਂ ਹਕੂਮਤ ਵੀ ਬੇਕਾਰ ਹੈ। ਜੇ ਜ਼ਿਮੀਂਦਾਰ ਖੁਸ਼ਹਾਲ ਹੈ ਤਾਂ ਹਕੂਮਤ ਵੀ ਖੁਸ਼ਹਾਲ ਹੈ, ਗਰੀਬ ਵੀ ਖੁਸ਼ਹਾਲ ਹੈ, ਸ਼ਹਿਰ ਵਾਲੇ ਖੁਸ਼ਹਾਲ ਹੈ। ਇਹ ਜੀ ਆ ਜਿਹੜੇ ਟੀਵੀ ਵਾਲੇ ਨੁਮਾਇੰਦੇ ਹਨ ਜਾਂ ਅਖਬਾਰੀ ਨੁਮਾਇੰਦੇ ਨੇ, ਉਹਨਾਂ ਨਾ ਤਾਂ ਅਖਬਾਰ 'ਚ ਨਾ ਕਦੇ ਟੀਵੀ 'ਚ ਜ਼ਿਮੀਂਦਾਰਾਂ ਦੇ ਬਾਰੇ ਲਿਖਿਆ ਹੈ, ਨਾ ਉਹਨਾਂ ਇਹ ਲਿਖਿਆ ਹੈ ਵੀ ਕੋਈ ਨੁਕਸਾਨ ਹੁੰਦਾ ਪਿਆ। ਇਹ ਹਕੂਮਤ ਨੂੰ ਹਰ ਗੱਲ ਦਾ ਪਤਾ ਹੈ ਵੀ ਕੀ ਹਾਲਾਤ ਹੁੰਦੇ ਪਏ ਨੇ, ਕੀ ਨਹੀਂ, ਵੀ ਕਿੰਨਾ ਨੁਕਸਾਨ ਹੋ ਗਿਆ ਜ਼ਿਮੀਂਦਾਰਾਂ ਦਾ। ਤੇ ਜ਼ਿਮੀਂਦਾਰਾਂ ਦੇ ਪਿੱਛੇ ਐਵੇਂ ਰਿਹਾ ਤੇ ਅਗਲੇ ਸਾਲ ਤੱਕ ਕਿਸੇ ਜ਼ਿਮੀਂਦਾਰ ਫਸਲ ਹੀ ਨਿਕਲਣੀ। ਇਹ ਉਈਆਂ ਦੀਵਾਲੀਆਂ ਨਿਕਲ ਜਾ ਸੀ ਅੰਦਾਜ਼। ਇਹ ਕਮ ਸੇ ਕਮ ਉਹਨਾਂ ਦੇ ਗਰੀਬ ਜਿਹੜੇ ਠੇਕੇ ਹਨ, ਫਿਰ ਉਹਨਾਂ ਦੇ ਵਾਹੀਆਂ ਦੇ ਖਰਚੇ ਨੂੰ 70-80 ਹਜ਼ਾਰ ਅਗਮ ਇਹ ਦਾਈ ਤਾਂ ਜੜਦੇ ਕੋਈ ਨਾਲ ਬੰਦਾ ਵੱਢੀ ਜਾਂਦਾ, ਸਟਾਈ ਜਾਂਦਾ। ਅਗਾ ਇਹਨਾਂ ਬੰਦਿਆਂ ਕੋਲ ਪੈਸਾ ਕੋਈ ਨਹੀਂ ਹੈਗਾ ਵੀ ਜਿੰਦੇ ਨਾਲ ਫਸਲ ਅਗਲੀ ਕੱਢਣ, ਜ਼ਮੀਨ ਵਾਹਣ ਜਾਂ ਕੋਈ ਸ਼ੈ ਕੱਢਣ, ਕੋਈ ਸ਼ੈ ਤੇ ਇਹਨਾਂ ਕੋਲ ਹੈ ਕੋਈ ਨਹੀਂ। ਗਰੀਬ ਮਰ ਗਏ ਥਾਂ ਤੇ ਠੇਕੇਦਾਰ ਰਹਿਣ ਜਾਂ ਜ਼ਿਮੀਂਦਾਰ ਰਹਿਣ। ਤੇ ਹੁਣ ਇਹਨਾਂ ਅਗਲੀ ਫਸਲ ਵਾਸਤੇ ਨਾ ਇਹਨਾਂ ਦੇ ਕੋਲ ਚੀਜ਼ ਹੈ, ਨਾ ਲਾਣੀ ਨਾ ਦੇਣੀ। ਤੇ ਹਕੂਮਤ ਦਾ ਕੋਈ ਤਾਵਨ ਹੀ ਨਹੀਂ ਕਿਸੇ ਤਰ੍ਹਾਂ ਦਾ ਵੀ, ਖਬਰ ਹੀ ਕੋਈ ਨਹੀਂ। ਇੱਕ ਹੋਰ ਗੱਲ ਦੱਸਦਾ ਚੱਲਾਂ ਮੀਡੀਆ ਦੇ ਹਵਾਲੇ ਨਾਲ ਜੀ। ਹੁਣ ਮੀਡੀਆ ਟੀਵੀ ਹੈ, ਕੋਈ ਉਈਆਂ ਐਸੇ ਜੋ ਤਬਦੀਲ ਹੋ ਜਾਵੇ ਜਾਂ ਕੋਈ ਮੰਦਾ ਚੰਗਾ ਉਹ ਹਾਸਾ ਹੋ ਜਾਵੇ, ਉੱਥੇ ਮੀਡੀਆ ਟੀਵੀ ਵਾਲੇ ਬੜੇ ਬਾਈ ਤੇ ਆਉਂਦੇ ਨੇ। ਇੱਥੇ ਕੋਈ ਨਹੀਂ ਆਉਂਦਾ ਪਿਆ ਟੀਵੀ ਵਾਲਾ ਜਾਂ ਮੀਡੀਆ ਵਾਲਾ ਵੀ ਆ ਤੇ ਕੋਈ ਤਾਵਨ ਕੀ ਕਰਨਾ ਨਹੀਂ। ਚਲੋ ਖਬਰ ਤਾਂ ਦੇਵਣ, ਦੁਨੀਆ ਤੱਕ ਪਹੁੰਚੇ, ਕੋਈ ਗਵਰਨਮੈਂਟ ਤੱਕ ਪਹੁੰਚੇ, ਕੋਈ ਜ਼ਿਮੀਂਦਾਰ ਨੂੰ ਵੀ ਰਿਲੀਫ ਦੇਵੇ। ਪਰ ਉਹ ਜਾਏ ਤੇ ਕੰਮ ਹੀ ਕੋਈ ਨਹੀਂ ਹੈਗਾ। ਹਰ ਬੰਦਾ ਚੜ੍ਹਦੇ ਪਾਸੇ ਜਾਂਦਾ, ਇੱਧੇ ਨਹੀਂ ਆਉਂਦਾ ਪਿਆ। ਹਾਲਾਂਕਿ ਹਕੂਮਤ ਨੂੰ ਵੀ ਪਤਾ ਹੈ, ਟੀਵੀ ਨੂੰ ਵੀ ਪਤਾ ਹੈ ਵੀ ਇਹ ਖੁਸ਼ਹਾਲ ਹੋਵੇਗਾ ਜ਼ਿਮੀਂਦਾਰ ਤੇ ਹਕੂਮਤ ਖੁਸ਼ਹਾਲ ਹੈ, ਇਹ ਟੀਵੀ ਦਾ ਖਬਰਾਂ ਖੁਸ਼ਹਾਲ ਹੈ। ਇਹ ਨਿਰਾ ਐਵੇਂ ਉੱਥੇ ਆ ਤੇ ਡਰਾਮੇਬਾਜ਼ੀ ਕਾਰ ਤੇ ਬਸ ਜਾਂਦੇ ਰਹਿੰਦੇ ਨੇ। ਇੱਥੇ ਨਹੀਂ ਕੋਈ ਆਉਂਦਾ ਪਿਆ। ਇੱਥੇ ਆ ਤੇ ਕੋਈ ਹਕੂਮਤ ਦੇ ਸੇ ਪਤਾ ਲੱਗੇ ਵੀ ਆ ਸਾਡਾ ਮੁਲਕ ਦਾ ਨੁਕਸਾਨ ਹੈ, ਪਤਾ ਹੈ ਹਕੂਮਤ ਨੂੰ। ਲੇਕਿਨ ਉਹ
ਜਿਹੜੇ MNMP ਹਨ ਜਾਂ ਜਿਹੜੇ ਹਜ਼ਰਾਤ ਹਨ ਜਾਂ ਪਤਾ ਨਹੀਂ ਕਿਉਂ ਕਿਸ ਵਜ੍ਹਾ ਤੇ ਕਿਉਂ ਨਹੀਂ ਆਉਂਦੇ ਪਏ, ਕੌਣ ਰੋਕੀ ਖੜਾ ਇਹਨਾਂ ਨੂੰ। ਇਹ ਜ਼ਿਮੀਂਦਾਰਾਂ ਦਾ ਜੀ ਲੱਖਾਂ ਤੇ ਕਰੋੜਾਂ ਦਾ ਨੁਕਸਾਨ ਹੋ ਗਿਆ। ਅਗਰ ਜ਼ਿਮੀਂਦਾਰ ਖੁਸ਼ਹਾਲ ਹੈ ਤੇ ਸ਼ਹਿਰ ਵਾਲੇ ਖੁਸ਼ਹਾਲ ਨੂੰ। ਸ਼ਹਿਰ 'ਚ ਬੰਦਾ ਕੋਨੀ, ਕੋਈ ਖਰੀਦਦਾਰ ਕੋਨੀ, ਦੁਕਾਨਾਂ ਵਾਲੇ ਬਿੱਲ ਭਰ ਤੇ ਮਜ਼ਦੂਰੀਆਂ ਕਿਰਾਏ ਭਰ ਤੇ ਬੈਠੇ ਨੂੰ ਵੇਂਦੇ ਨੂੰ। ਜੇ ਕੋਈ ਜ਼ਿਮੀਂਦਾਰ ਖੁਸ਼ਹਾਲ ਹੋਵੇ ਤਾਂ ਦੁਕਾਨਾਂ ਵਾਲੇ ਬਿਜਲੀਆਂ ਦੇ ਬਿੱਲ ਭਰਨਾ ਹੈ, ਆਦਿ ਕੋਈ ਰੋਜ਼ੀ ਕਮਾਉਣਾ ਜਾਂ ਇਂ ਹੁਣ ਉਹ ਵੀ ਵੇਂਦੇ ਨੂੰ। ਇਂ ਸਾਰਾ ਨਿਜ਼ਾਮ ਤਾਂ ਜ਼ਿਮੀਂਦਾਰੇ ਤੇ ਹੈ ਨਾ, ਜਿਹੜਾ ਸ਼ਹਿਰਾਂ 'ਚ ਚੱਲਦਾ ਹੈ। ਹਕੂਮਤ ਤਾਂ ਨਹੀਂ ਹਰ ਬੰਦੇ ਨੂੰ ਦਿੰਦੀ ਵੀ ਹਰ ਬੰਦੇ ਨੂੰ ਤਾਮਨ ਕਰੇ ਵੀ ਆ ਛੰਝਾਂ ਖਰੀਦੋ ਜਾਂ ਇਂ ਹਰ ਬੰਦੇ ਨੇ ਖਰੀਦਣਾ ਨੂੰ ਬਸ ਇਹੋ ਕਰ ਰਹੀ ਸੀ। ਸ਼ਹਿਰ ਵਾਲੇ ਬੰਦ ਕਰ ਦਿੱਤੇ, ਗਰੀਬ ਬਹਿ ਜਾ ਸਨ, ਦੁਕਾਨਾਂ ਉਹਨਾਂ ਦੇ ਬਿੱਲ ਹੀ ਨਹੀਂ ਦਿੱਤੇ ਜਾਣੇ, ਕਿਰਾਏ ਤਾਂ ਦੂਰ ਦੀ ਗੱਲ ਹੈ। ਮਤਲਬ ਵੀ ਕਿਸਾਨਾਂ ਕੋਲ ਕੁਝ ਹੋਵੇਗਾ ਤੇ ਕਿਸਾਨ ਖਰੀਦਦਾਰੀ ਵਾਸਤੇ ਜਾਵਣਗੇ, ਕਪੜਾ ਖਰੀਦਣਗੇ, ਗਰੀਬ ਜਾਵਣ ਦੇ ਜੁੱਤੀ ਖਰੀਦਣਗੇ, ਮਤਲਬ ਹਰ ਉਹ ਜ਼ਰੂਰਤ ਦੀ ਚੀਜ਼ਾਂ ਖਰੀਦਣਗੇ। ਜ਼ਰੂਰਤ ਦੀ ਚੀਜ਼ਾਂ ਕਿ ਜੇ ਜ਼ਿਮੀਂਦਾਰ ਖੁਸ਼ਹਾਲ ਹੈ ਤਾਂ ਮਿਹਨਤ ਗਰੀਬ ਕਰਦੇ ਤੇ ਚਵਾਨੀ ਕਮਾ ਤੇ ਸ਼ਹਿਰਾਂ 'ਚੋਂ ਨਾ ਜਾਣਾ, ਜ਼ਿਮੀਂਦਾਰਾਂ ਕੋਲ ਲੈ ਦੇ। ਜਿਸ ਜ਼ਿਮੀਂਦਾਰੀ ਖੁਸ਼ਹਾਲ ਨਹੀਂ ਹੈਗਾ ਤਾਂ ਗਰੀਬ ਖੁਸ਼ਹਾਲ ਕਿੱਥੋਂ ਆਉਣਾ? ਉਹ ਕੁਛ ਹੈ ਕਿੱਥੋਂ ਲਵੇਗਾ? ਲੋਕਾਂ ਕੋਲ ਜਾਂ ਕਿੰਦੇ ਕੋਲ ਮੰਗੇਗਾ? ਨਾ ਜ਼ਿਮੀਂਦਾਰ ਕੋਈ ਹੈ ਹੀ ਤਾਂ ਕੋਈ ਮੰਗੇਗਾ। ਮੰਗਿਆ ਤਾਂ ਅੱਜ ਕੱਲ੍ਹ ਕੋਈ ਖਰਾਇਤ ਨਹੀਂ ਦਿੰਦਾ। ਤੇ ਮਿਹਨਤ ਹੀ ਹੈ ਜੇ ਕਰਦੇ ਨੇ, ਜੇ ਮਕਾਈ ਲਾਵਣੇ ਜਾਂ ਦਾਈ ਵੱਢਣੇ ਜਾਂ ਚਾਵਣੇ ਜਾਂ ਉਹ ਹਰ ਗਰੀਬ ਜ਼ਿਮੀਂਦਾਰ ਨਾਲ ਹੀ ਚੱਲਦਾ। ਸਹੀ, ਜਿਸ ਤਰੀਕੇ ਨਾ ਤੁਸੀਂ ਅੰਦਾਜ਼ਾ ਲਗਾਓ ਵੀ ਕਿਸਾਨ ਅਗਰ ਖੁਸ਼ਹਾਲ ਹੈ ਤੇ ਮੁਲਕ ਖੁਸ਼ਹਾਲ ਹੈ। ਜੇਕਰ ਕਿਸਾਨ ਦਾ ਹਾਲ ਮੰਦਾ ਹੈ ਤਾਂ ਹੁਣ ਹਾਲਾਤ ਇਹ ਨੇ, ਸੋਸ਼ਲ ਮੀਡੀਆ ਤੇ ਵੇਖੀਂਦਾ ਦੁਕਾਨਦਾਰ ਕਹਿੰਦੇ ਨੇ ਵੀ ਅਸੀਂ ਆਨੇ ਹੈ ਤੇ ਸਾਰਾ ਦਿਨ ਰਾਹਾਂ ਤੱਕਨੇ ਹੈ ਗਾਹਕਾਂ ਦੀ ਵੀ ਗਾਹਕ ਆਵਣ, ਲੇਕਿਨ ਗਾਹਕ ਕੋਈ ਨਹੀਂ। ਤਾਂ ਬਿਜਲੀ ਇੰਨੀ ਮਹਿੰਗੀ ਹੈ ਵੀ ਉਹ ਆਦਨ ਵੀ ਮਤਲਬ ਇੰਝ ਲੱਗਦਾ ਜਿਵੇਂ ਸਮਾਨ ਵੇਚਦੇ ਹੁਣ ਬਿੱਲ ਭਰਨਾ ਪੈਸੀ ਹੈ। ਗਾਹਕ ਦੇ ਪੱਲੇ ਮੁੜ ਕੀ ਹੋਣਾ ਜੀ? ਗਾਹਕ ਦੇ ਪੱਲੇ ਕੀ ਉਸੀ ਤੇ ਸ਼ਹਿਰ ਵਾਲੇ ਦੇ ਨੇੜੇ ਜਾਸੀ। ਸ਼ਹਿਰ ਵਾਲੇ ਮੁੜ ਆਪ ਕਰਾਇਆ ਨਾ ਬਰੀ, ਉਹਨਾਂ ਬੰਦ ਹੀ ਮੀਆਂ ਜੀ ਕਰਨਾ। ਸਾਰਾ ਨਿਜ਼ਾਮ ਤਾਂ ਜ਼ਿਮੀਂਦਾਰੇ ਤੇ, ਜਿਸ ਜ਼ਿਮੀਂਦਾਰ ਹੀ ਕੋਈ ਨਹੀਂ ਹੈਗਾ ਫਿਰ ਸ਼ਹਿਰਾਂ ਵਾਲੇ ਕੀ ਕਰ। ਇਹ ਸਾਲ ਹੋ ਗਿਆ ਕਣਕ ਗਈ ਜੀ, ਨਾ ਕਣਕ ਜ਼ਿਮੀਂਦਾਰ ਨੂੰ ਸ਼ੈ ਬਚੀ, ਨਾ ਲਾਣੀ ਨਾ ਦੇਣੀ। ਅੱਗੂ ਫਿਰ ਮਕਈ ਲੱਥੀ, ਮਕਈ ਦਾ ਰੇਟ ਕੋਈ ਨਹੀਂ ਆ, ਨਾ ਮਕਈ ਵੈਸੇ ਥੋੜੀ ਜੜੀ। ਅੱਗੂ ਦਾਈ ਆਏ ਤਾਂ ਉਹਨਾਂ ਦਾ ਇਹ ਹਾਲਾਤ ਹੋ ਗਿਆ, ਪਤਾ ਨਹੀਂ ਰੱਬ ਦੀ ਤਰਫੋਂ ਹੈ ਕਿ ਕੀ ਵਜ੍ਹਾ ਹੈ। ਇਹ ਹਾਲਾਤ ਸਾਲ ਪੂਰਾ ਹੀ ਮੰਦਿਆ 'ਚ ਗਿਆ ਤਾਂ ਸਾਲ ਜੇ ਗਰੀਬ ਤੇ ਜ਼ਿਮੀਂਦਾਰ ਤਾਂ ਥਾਂ ਲੱਗ ਗਿਆ। ਉਹ ਗਰੀਬ ਕਿੱਥੋਂ ਉਤਾ ਹੋਵੇ ਜਾਂ ਗਰੀਬ ਸਰਦਾਰ ਉਤਾ ਹੋਣ ਤੇ ਜ਼ਿਮੀਂਦਾਰ ਵੀ ਉਤਾ ਹੋਣ ਤੇ ਗਰੀਬ ਵੀ ਉਤਾ ਹੋਣ। ਹੁਣ ਅੱਲਾ ਹੀ ਵਾਰਸ। ਹਾਂ, ਹੁਣ ਅੱਲਾ ਵਾਰਸ ਹੈ ਜੀ। ਤੇ ਕੋਈ ਹਕੂਮਤ ਤਾਮਨ ਤੁਮਨ ਕਰੇ ਜਾਂ ਕੋਈ ਸੋਸ਼ਲ ਮੀਡੀਆ ਕਰੇ ਜਾਂ ਕੋਈ TV ਵਾਲੇ ਕਰਨ ਜਾਂ ਕੋਈ ਅਖਬਾਰਾਂ ਵਾਲੇ ਕਰਨ ਤਾਂ ਫਿਰ ਹੈ ਜੀ ਕੋਈ ਗੱਲ ਬਣ ਸਕਦੀ। ਮਤਲਬ ਕਿਸਾਨ ਦੀ ਆਵਾਜ਼ ਜਿਹੜਾ ਹੈ ਨਾ ਉਹ ਸੋਸ਼ਲ ਮੀਡੀਆ ਹੈ, ਸੋਹਣੀ ਨਹੀਂ ਰਿਹਾ ਕੋਈ। ਮਤਲਬ ਸੋਸ਼ਲ ਮੀਡੀਆ ਤੇ ਆਵਾਜ਼ ਕਿਸਾਨਾਂ ਦੀ ਜਾਂਦੀ ਪਈ ਹੈ। ਜਿਹੜਾ ਮੁਲਕੀ ਮੀਡੀਆ ਹੈ ਤੁਹਾਡੇ ਮੁਤਾਬਕ ਅਖਬਾਰੀ ਨੁਮਾਇੰਦੇ ਹੋ ਗਏ, TV ਮੀਡੀਆ ਹੋ ਗਏ, ਉਹਨਾਂ ਤਾਂ ਖਬਰ ਹੀ ਨਹੀਂ ਲਈ ਨਾ। ਕੁਛ ਵੀ ਕੋਈ ਨਹੀਂ, ਉਹਨਾਂ ਤਾਂ ਕਦੇ ਖਬਰ ਹੀ ਨਹੀਂ ਲਈ, ਨਾ ਕੋਈ ਖਬਰ ਦਿੱਤੀ ਇਹਨੇ। ਉਹ ਦੇਵਣਗੇ ਤਾਂ ਕੋਈ ਕੰਮ ਅੱਗੇ ਚੱਲੇਗਾ ਜੀ। ਮੁਲਕੀ ਮੀਡੀਆ ਤੇ ਡਿਸਕਸ ਨਹੀਂ ਹੋਏਗਾ। ਕੋਈ ਖਾਸ ਸਸਤੀ ਕਰਨ, ਕੋਈ ਸਪਰੇਅ ਸਸਤਾ ਕਰਨ, ਉਹ ਤਾਂ ਵੀ ਜ਼ਿਆਦਾ ਮਹਿੰਗਾ ਦਿਨ ਬ ਦਿਨ ਹੁੰਦਾ ਜਾਂਦਾ। ਇਹ ਹਾਲਾਤ ਹਨ ਜਗ੍ਹਾ ਅੱਲਾ ਵਾਰਸ ਹੈ ਮੁੜ ਸਾਰਿਆਂ ਨੂੰ। ਅੱਛਾ ਕਰੋ ਜੀ, ਇਹ ਦੋਸਤ ਵੀ ਜਿਹੜੇ ਨੇ ਮੋਟਰਸਾਈਕਲ ਤੇ ਲੋਡ ਕਰਦੇ ਪਏ ਨੇ, ਬਲਕਿ ਕਰ ਲਿਆ ਹੈ ਤੇ ਜੀ ਠੀਕ, ਅੱਲਾ ਦਾ ਸ਼ੁਕਰ ਤੇ ਲਿਜਾ ਰਹੇ ਨੇ ਜਨਾਬ। ਵਾਲੇਕੁਮ ਸਲਾਮ ਅਬਦੁੱਲਾ ਭਾਈ, ਕੀ ਹਾਲ ਹੈ? ਠੀਕ ਹੋ? ਇੱਧਰ ਜੀ ਫਿਰ ਅਸ਼ਰਫ ਭਾਈ ਆ ਗਏ ਨੇ। ਜਿੱਥੇ ਕਟਾਈ ਹੋਵੇਗੀ ਅਸ਼ਰਫ ਭਾਈ ਜ਼ਰੂਰ ਪਹੁੰਚਣਗੇ ਤੇ ਇੱਕ ਤਰ੍ਹਾਂ ਦੀ ਇਹ ਵੀ ਹੈਲਪ ਕਰਦੇ ਪਏ ਨੇ, ਕਿਉਂਕਿ ਇਹਦੇ ਵਿੱਚ ਤਾਂ ਮਸ਼ੀਨ ਵਾਲਿਆਂ ਦਾ ਕਿਰਾਇਆ ਪੂਰਾ ਨਹੀਂ ਹੋਣਾ ਤੇ ਚਲੋ ਜ਼ਮੀਨ ਖਾਲੀ ਹੋ ਜਾਸੀ। अस्सलाम वालेकुम जी अशरफ भाई, ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ ਜੀ। ਸੁਣਾਓ ਕੀ ਬਣਾ ਖੜਾ ਜ਼ਿਮੀਂਦਾਰਾਂ ਦਾ? ਕੀ ਬਣਨਾ, ਡੂੰਝਾਂ ਟੁੱਟੀਆਂ ਪਈਆਂ ਨੂੰ। ਮਹਿੰਗਾਈ ਦਵਾ ਦਾ ਉਧਰ ਤੇਜ਼ ਕੀਤੀ ਜਾਂਦੇ, ਇੱਧਰ ਜਿਹੜੇ ਦਾਈਆਂ ਦਾ ਹਾਲ ਕੋਈ ਨਹੀਂ, ਉਹਨਾਂ ਦਾ ਰੇਟ ਰੂਟ ਕੋਈ ਨਹੀਂ, ਨਾ ਕਣਕ ਦਾ ਨਾ ਕਿਸੇ ਸ਼ਾਇਦ ਦਾ। ਮਾਰੀ ਖੜੇ ਨੂੰ ਹੋਰ ਕੀ ਕਰਨਾ ਨੇ। मतलब जमींदार खत्म हो गए, नाल गरीब गुरबा भी खत्म। गरीब भी खत्म है। जो जिमीदारा को कोई शय होए तो गरीबां ਨੂੰ ਵੀ ਡਿਵੇ, ਜੇ ਜ਼ਿਮੀਦਾਰ ਵੇਲੇ ਤੇ ਗਰੀਬ ਵੀ ਵੇਲੇ ਨੇ। ਗਰੀਬ ਵੀ ਵੇਲੇ ਨੇ। ਹਾਂਜੀ, ਤੇ ਬਿਲਕੁਲ ਇਹ ਜਿਹੜੀ ਪੋਜੀਸ਼ਨ ਨਜ਼ਰ ਆਉਂਦੀ ਪਈ ਹੈ, ਇਹਦੇ ਵਿੱਚ ਵੇਖੋ ਨਾ ਕੱਖ ਨਹੀਂ ਹੈਗਾ, ਕੋਈ ਚਾਵਲ ਨਹੀਂ ਹੈ, ਸਾਰਾ ਪੋਪਟ ਹੀ ਹੈ। ਪੋਪਟ ਬਣ ਗਿਆ। ਹਾਂ, ਇਹ ਆਪਣੇ ਇਲਾਕੇ ਵਿੱਚ ਕਿੰਨਾ ਕੁ ਅੰਦਾਜ਼ਾ ਹੈ ਵੀ ਕਿੰਨੇ ਕੁ ਕਿੱਲੇ, 100 ਚ ਕਿੰਨੇ ਕਿੱਲੇ ਬਣੇ ਇਹਨੂੰ? 50 ਕਿੱਲਾ ਬਣਾ, 60 ਕਿੱਲਾ ਬਣਾ? ਕੋਈ ਵੱਧ ਤੋਂ ਵੱਧ ਚਾਵਲ ਬਣੇ ਹੋਣ ਤੇ ਕੋਈ 5-4 ਕਿੱਲੇ 10 ਕਿੱਲੇ ਬਣ ਗਏ ਉਸਣ ਦੇ। ਬਾਕੀ ਸਾਰੇ ਪੋਪਟ, ਬਾਕੀ ਸਾਰੇ ਪੋਪਟ ਹੀ ਹੈ। ਪੋਪਟ ਹੀ ਹੈ। ਹਾਂ। ਮਤਲਬ ਬਹੁਤ ਵੱਡੇ ਪੈਮਾਨੇ ਤੇ ਜਾ ਕੇ ਨਾ ਮਤਲਬ ਤਬਾਹੀ ਹੋਈ ਪਈ। ਹਾਂ, ਬਹੁਤ ਨੁਕਸਾਨ ਹੋਇਆ, ਬਹੁਤ ਨੁਕਸਾਨ ਹੋਇਆ। ਹਾਂ। ਹੁਣ ਵੀ ਆ ਤੁਸੀਂ ਅਗਰ ਵੱਢ ਕੇ ਲਿਜਾਓਗੇ ਤੇ ਜ਼ਮੀਂਦਾਰ ਨੂੰ ਬਚਤ ਹੈ। ਬੱਚਾ ਤਾਂ ਵੀ ਉਹ ਵਾਢ ਵੱਜ ਜਾਸੀ, ਉਹਨੂੰ ਹੋਰ ਬੋਏ ਖਾਲੀ ਹੋ ਜਾਸੀ, ਹੋਰ ਉਹਨੂੰ ਸ਼ੈਕਾ ਨਹੀਂ ਬਚੀ। ਸ਼ਾਇਦ ਨਹੀਂ ਬਚਣਾ। ਖਰਚਾ ਮਰਚਾ ਸਾਰਾ ਹੁੰਦਾ ਐਵੇਂ ਹੀ ਗਿਆ। ਹੁਣ ਇੱਥੇ ਕਣਕ ਹੀ ਲੱਗੇਗੀ, ਮੇਰੇ ਕਣਕ ਖਿਆਲ। ਲੱਗੇਗੀ ਹੁਣ ਬਸ। ਉਹ ਵੀ ਅਗਰ ਜ਼ਮੀਂਦਾਰ ਕੋਲ ਖਰਚਾ ਪੱਠਾ ਹੋਇਆ ਤਾਂ। ਹਾਂ, ਜੇ ਕੋਈ ਹੋਏ ਤਾਂ ਨਹੀਂ ਤਾਂ ਕੋਈ ਢੋਰ ਢਾਰ ਵੇਸਣ ਡੰਗਰ ਡੁੰਗਰ ਤੇ ਤਾਂ ਹੀ ਉਹਨੇ ਰਲਣੀ, ਨਹੀਂ ਤਾਂ ਪਈ ਰਹੀ ਵੇਲੀ। ਸਹੀ ਹੈ, ਠੀਕ ਹੋ ਗਿਆ ਜੀ ਸ਼ੁਰੂ ਬਈ, ਸ਼ੁਰੂ ਹੋ ਜਾਓ। ਤੇ ਅੱਲਾ ਦੀ ਤਰਫੋਂ ਵੀ ਇੱਕ ਤਰ੍ਹਾਂ ਦਾ ਇਮਤਿਹਾਨ ਆ ਜਨਾਬ ਜ਼ਮੀਂਦਾਰਾਂ ਦਾ। ਤੇ ਜ਼ਮੀਂਦਾਰ ਜਿਹੜੇ ਨੇ, ਕਿਸਾਨ ਵੀਰ ਭਰਾ, ਅੱਲਾ ਤੋਂ ਮਾਫੀ ਮੰਗੀਏ ਸਾਰੇ ਮਿਲ ਕੇ, ਅੱਲਾ ਤਾਲਾ ਸਾਡੇ ਤੇ ਕਰਮ ਕਰੇ। ਤੇ ਬਾਕੀ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਨੇ, ਕੋਸ਼ਿਸ਼ ਕਰੋ
ਖਾਸ ਕਰਕੇ ਆਹ ਸੁਪਰ ਵਾਲੀ ਜਿਹੜੀ ਫਸਲ ਹੈ ਇਹ ਅਗਰ ਹੈ ਠੰਡੇ ਟਾਈਮ ਦੀ ਤੇ ਇਹਨੂੰ ਤੁਸੀਂ ਜਨਾਬ ਠੰਡੇ ਟਾਈਮ ਤੇ ਲਗਾਓ। ਇਹਨੂੰ ਵਿਸਾਖ ਵਿੱਚ ਲਾਉਣ ਦੀ ਲੋੜ ਕੋਈ ਨਹੀਂ, ਵਿਸਾਖ ਜੇਠ ਵਿੱਚ ਤੇ ਜਦੋਂ ਤੁਸੀਂ ਲਗਾਓਗੇ ਤੇ ਫਿਰ ਇਹੀ ਪੋਜੀਸ਼ਨ ਹੋਣੀ ਜੇ। ਪਿਛਲੇ ਚੰਦ ਸਾਲ ਜਿਹੜੇ ਨੇ 3-4 ਸਾਲ ਇਹਨਾਂ ਦਾ ਝਾੜ 50-60 ਮਣ ਨਿਕਲਿਆ। ਉਸ ਵੇਲੇ ਇਸ ਵਾਸਤੇ ਨਿਕਲਿਆ ਕਿਉਂਕਿ ਬਾਰਿਸ਼ਾਂ ਪੈ ਗਈਆਂ ਤੇ ਬਸ ਉਹ ਰੀਸ ਪ੍ਰੀਸੀ ਫਿਰ ਸਾਰੇ ਦੋਸਤ ਜਿਹੜੇ ਨੇ ਲੱਗੇ ਰਹੇ ਤੇ ਲਾਉਂਦੇ ਰਹੇ ਤੇ ਇਹਦਾ ਫਿਰ ਇਸ ਵਾਰੀ ਨਤੀਜਾ ਗਲਤ ਹੋ ਗਿਆ। ਤੇ ਲੇਕਿਨ ਜਿਹੜੀ ਵੈਰਾਈਟੀ ਹਾਈਬ੍ਰਿਡ ਦੀ ਉਹਦੇ ਵਿੱਚ ਉਹ ਵੈਰਾਈਟੀ ਹੈਗੀ ਹੈ ਗਰਮੀ ਦੀ, ਉਹਦੇ ਵਿੱਚ ਮਤਲਬ ਵੀ ਗਰਮੀ ਦਾ ਇੰਨਾ ਅਮਲ ਦਖਲ ਕੋਈ ਨਹੀਂ, ਉਹਦੇ ਵਿੱਚ ਤਾਂ ਜ਼ਿਆਦਾਤਰ ਜਿਹੜਾ ਹੈ ਨਾ 2 ਨੰਬਰੀ ਹੋਈ ਸੀਡ ਦੀ। ਬਾਅਦ ਦੋਸਤਾਂ ਦੇ ਖੇਤ ਇੰਨੇ ਸੋਹਣੇ ਖੜੇ ਨੇ ਵੀ ਉਹ 100+ ਨਿਕਲਦੇ ਪੈਣ ਤੇ ਬਾਅਦ ਜਿਹੜੇ ਨੇ 80% ਜਾਂ 70% ਤੁਸੀਂ ਕਹਿ ਸਕਦੇ ਹੋ ਉਹ 2 ਨੰਬਰ ਸੀਡ ਨਾਲ ਬਹੁਤ ਹੀ ਮਾੜੇ ਹਾਲਾਤ ਨੇ ਉਹਨਾਂ ਦੇ। ਤੇ ਉਹਨਾਂ ਦਾ ਜਿਹੜਾ ਝਾੜ ਹੈ ਨਾ ਉਹ 10 ਮਣ 5 ਮਣ ਤੇ ਕੁਝ ਐਸੇ ਤਰੀਕੇ ਉਹਨਾਂ ਲੋਕਾਂ ਨੇ ਹੱਥ ਲਵਾ ਦਿੱਤੇ ਨੇ। ਤੇ ਦੋਸਤੋ ਆ ਸਾਡੇ ਨਾਲ ਇੱਕ ਹੋਰ ਕਿਸਾਨ ਭਾਈ ਮੌਜੂਦ ਨੇ, ਇਹਨਾਂ ਨਾਲ ਗੱਲ ਕਰਨੇ ਆ। अस्सलाम वालेकुम जी। वालेकुम सलाम जी। की नाम ਤੁਹਾਡਾ? अता मोहम्मद। ਅਤਾ ਮੁਹੰਮਦ ਥੋੜਾ ਜਿਹਾ ਸੱਜੇ ਸਾਈਡ ਤੋਂ ਵੇ। ਅੱਛਾ ਦੱਸੋ ਵੇ ਜਿਹੜੇ ਹਾਲਾਤ ਬਣੇ ਖੜੇ ਨੇ ਜ਼ਮੀਂਦਾਰਾਂ ਦੇ, ਠੇਕੇ ਪੂਰੇ ਨਹੀਂ ਹੁੰਦੇ ਪਏ, ਹਾਂਜੀ। ਲੋਕਾਂ ਨੇ ਹੱਥ ਲਵਾ ਦਿੱਤੇ ਨੇ ਤੇ ਜ਼ਮੀਂਦਾਰ ਯਕੀਨ ਮਨੇ ਬਾਜ਼ ਦੇ ਬਲੱਡ ਪ੍ਰੈਸ਼ਰ ਹੀ ਲੋ ਹੋ ਗਏ ਨੇ। हाँ जी। ਸੁਣਾਓ ਕੀ ਸੂਰਤ ਹਾਲ ਹੈ, ਤੁਸੀਂ ਕੀ ਵੇਖੇ ਨੇ, ਕਿੰਦਾ ਕਸੂਰ ਹੈ? ये जी कोई भी 2 नंबर आ रहे हैं, कोई भी सही दे रहे हैं कि ना सही नो सही जा रहे हैं, कि ना भी गलत है तो बिल्कुल बेकार हो गए बंदे। कोई माल वड्डा दित्ती जाते हैं। ਇਹ ਹਾਈਬ੍ਰਿਡ ਦੀ ਗੱਲ ਕਰਦੇ ਪਏ? हाँ जी। ਹਾਈਬ੍ਰਿਡ ਦੇ ਮਤਲਬ ਬੀਆਂ ਦੇ ਵਿੱਚ 2 ਨੰਬਰੀ ਹੋਈ 2 ਹੈ। नंबर ही है। ਤੇ ਆ ਜਿਹੜੇ 1509 ਨੇ ਇਹਦਾ ਤਾਂ ਰੋਲਾ ਕੋਈ ਨਹੀਂ ਬੀ ਦਾ। ये गर्मी विच पै गए ਇਹ ਗਰਮੀ 'ਚ ਇਹ ਕਦੋਂ ਲਾਉਣੇ ਚਾਹੀਦੇ ਨੇ? ये आ महीना ठहर ते सावन में लाने चाहिए। ਸਾਵਣ 'ਚ ਲਾਉਣੇ ਚਾਹੀਦੇ ਨੇ। हाँ जी। ਮੋੜ ਮਤਲਬ ਪੋਟ ਨਹੀਂ ਬਣਦੇ ਫਿਰ ਝਾੜ ਦਿੰਦੇ ਨੇ। हाँ जी। ਤੇ ਇਸ ਵਾਰੀ ਕਿੰਨਾ ਕੁ ਨੁਕਸਾਨ ਹੋ ਗਿਆ ਹੋਵੇਗਾ बड़ा ਜ਼ਿਮੀਂਦਾਰਾਂ इस वारी जिमीदार ते बड़ी मार पै गई है क्योंकि ना पुजदे ने कणक कड्ढण वास्ते विच वेलियां बोइयां पईयां ते हर शै वेच ते अगले वेले होए बैठे न। मकई भी मियाँ जी खर्चा बड़ा है दा। मकई केड़ी सस्ती वाह ते 20,000 दा थैला 20 दा अगले ठोकी गए न। ਅੱਛਾ ते अगर वाह ते लवाई ते खर्चा खाद 12,000 13 ਨੂੰ DAP है केड़ा दा बंदे जावन। ਤੇ ਇਹ ਸਸਤੀ ਸ਼ੈ ਕਿਹੜੀ ਉਹ ਜ਼ਿਮੀਂਦਾਰਾਂ ਦੀ ਹੈ? और हुण जिमीदारां दी सारी मार है दी। ਸਾਰੀ ਮਾਰ ਜ਼ਿਮੀਂਦਾਰਾਂ ਨੂੰ। हाँ जी। ਹੁਣ ਕਣਕ 24-2500 ਕਿੰਨਾ 1.5 ਲੱਖ 3 ਲੱਖ ਠੇਕਾ ਭਰਾ ਹੈ, ਕਣਕ ਪੂਰੇ ਕਰਦੀ ਪਈ ਹੈ। ਤੇ ਇਹ ਹੁਣ ਜਿਹੜੇ ਠੇਕੇਦਾਰ ਨੂੰ ਸੁਣਨ ਚਾਹੀ ਕਈ ਜਗ੍ਹਾ ਤੋਂ ਨਾ ਲੋਕੀ ਨਸ ਗਏ ਨੇ। ਇਠਾੜੂ ਤਾਂ ਸਾਰੇ ਨਸ ਗਏ ਵਿੱਚ ਵਾਈ ਛਾੜੇ ਤੇ ਵਿੱਚੇ ਛੱਡ ਕਿਉਂ ਛੱਡੀ ਨੇ ਮਤਲਬ ਉਹ ਪੂਰੀ ਨਹੀਂ ਪੈਂਦੀ ਵੀ ਪੂਰੀ ਕੀ ਨਹੀਂ ਰੋਲਾ ਹੈ? ਪੈਂਦੀ ਪਈ ਵਿੱਚ ਵਾਈ ਉਵੇਂ ਢਾਈ ਬਰੂ ਹੋ ਗਏ ਛਾੜੇ ਤੇ ਨਸ ਗਏ। ਆ ਮਸਲਾ ਤੁਹਾਡੇ ਕੋਈ ਜਾਣਨ ਨਾਲ ਨਸੇ ਨੂੰ? ਮਾਰ ਸਾ ਇਠਾੜੂ ਨਸੇ। ਅੱਛਾ ਨਸ ਗਏ ਨੇ। ਤੇ ਠੇਕੇ ਵੀ ਦੇ ਹੀ ਵਧਾਉਂਦੇ ਆ। ਠੇਕੇ ਵੀ ਜੇ ਵਧਾਣਾ ਮਾਰ ਕੌਮ ਹੁਣ ਮਾਰ ਹੀ ਨਸੇ ਜਾਂਦੇ ਨੂੰ। ਅੱਛਾ ਵਿੱਚੇ ਟਰੈਕਟਰ ਟੂਟਰ ਛੱਡ ਦੇ ਕੇ ਲੈ ਗਏ? ਲੈ ਗਏ ਕੋਈ ਦੇ ਗਏ। ਕੋਈ ਲੈ ਗਿਆ ਕੋਈ ਦੇ ਗਏ। ਹਾਂਜੀ ਹਾਲਾਤ ਬੜੇ ਮਾੜੇ ਨੇ। ਬੜੇ ਮਾਰੇ ਨੇ। ਤੇ ਬਹੁਤ ਮਿਹਰਬਾਨੀ ਜੀ। ਤੇ ਕਿਸਾਨ ਵੀਰ ਭਰਾਓ ਹਾਲ ਹਵਾਲ ਤੁਸੀਂ ਜ਼ਮੀਂਦਾਰਾਂ ਦੇ ਸੁਣ ਲਏ ਨੇ ਤੇ ਠੇਕੇਦਾਰ ਵੀ ਜਨਾਬ ਆਪਣਾ ਜਿਹੜਾ ਨਾ ਲੱਦਾ ਲੈਂਦਾ ਜੋ ਉਹਨਾਂ ਦੇ ਹੱਥ ਆਇਆ ਉਹ ਲੈ ਕੇ ਨਸ ਗਏ ਨੇ ਤੇ ਜੋ ਮਾਲਕਾਂ ਦੇ ਹੱਥ ਆਇਆ ਹੈ ਉਹ ਮਾਲਕਾਂ ਨੂੰ ਪੱਕਾ। ਮੈਨੂੰ ਦੋ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।